D4 न्यूज़ देख रहे तमाम दर्शकों ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ। ਸਾਡੇ ਵਿਸ਼ੇਸ਼ ਪ੍ਰੋਗਰਾਮ ਤੁਹਾਡੀ ਸਿਹਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਪਹਿਲੇ ਕਰੋਨਾ ਦੀ ਬਿਮਾਰੀ ਆਈ, ਹੁਣ ਇੱਕ ਮੰਕੀ ਪੌਕਸ ਨਾਂ ਦੀ ਬਿਮਾਰੀ ਆ ਗਈ ਹੈ ਤੇ ਬਿਮਾਰੀਆਂ ਲਗਾਤਾਰ ਵੱਧ ਰਹੀਆਂ। ਮੰਕੀ ਪੌਕਸ ਨੂੰ ਲੈ ਕੇ ਲੋਕ ਕਿੰਨਾ ਡਰੇ ਹੋਏ ਨੇ। ਹਰ ਰੋਜ਼ ਡਾਕਟਰਾਂ ਦੇ ਕੋਲ ਫੋਨ ਕਾਲਸ ਆ ਰਹੀਆਂ, ਮਰੀਜ਼ ਆ ਰਹੇ ਨੇ ਵੀ ਸਾਡੀ ਬਾਡੀ ਤੇ ਕੁਝ ਰੈਸ਼ਿਸ ਹੋ ਗਏ ਨੇ, ਕਿਤੇ ਸਾਨੂੰ ਮੰਕੀ ਪੌਕਸ ਤੇ ਨਹੀਂ ਹੋ ਗਿਆ। ਆਖਿਰਕਾਰ ਮੰਕੀ ਪੌਕਸ ਹੈ ਕੀ ਹੈ ਤੇ ਨਵੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ, ਇਹਦਾ ਕਾਰਨ ਕੀ ਹੈ, ਇਹਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਡਾਕਟਰ ਪ੍ਰਦੀਪ ਔਰੀ, ਚੈਸਟ ਸਪੈਸ਼ਲਿਸਟ ਨੇ, ਔਰੀ ਹਸਪੀਟਲ ਦੇ MD ਨੇ ਤੇ ਪਿਛਲੇ 25-30 ਸਾਲ ਤੋਂ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਡਾਕਟਰ ਨਮਸਕਾਰ ਜੀ। नमस्कार भंडारी साहब। डॉक्टर साहब पहला सवाल जी, कोरोना गया नहीं हजे, मंकी पॉक्स आ गया है जी, तो ये सच लोग बड़े डरे हुए हैं। सानू भी कई लोग फ़ोन करते हैं, तुहानू भी आंदे होने रोज़ पूछन लोग भी ये बेसिकली है कि ये कितनी खतरनाक है तो सच्चाई की है मंकी पॉक्स की? देखो भंडारी साहब, ਜਿਹੜੀ ਪਬਲਿਕ ਦੇ ਵਿੱਚ ਡਰ ਹੈ ਉਹ ਪਬਲਿਕ ਦੇ ਵਿੱਚ ਡਰ ਇਸ ਕਰਕੇ ਜਾਇਜ਼ ਹੈ ਕਿਉਂਕਿ ਪਬਲਿਕ ਨੇ ਹੁਣ ਉਹ ਬਿਮਾਰੀਆਂ ਦੇ ਨਾਂ ਉਹਨਾਂ ਨੂੰ ਸੁਣਨ ਨੂੰ ਮਿਲ ਰਹੇ ਹੈ ਜਿਹੜੀਆਂ ਕਿ ਬਿਮਾਰੀਆਂ ਦੇ ਨਾਂ ਉਹਨਾਂ ਨੇ ਪਹਿਲਾਂ ਕਦੀ ਸੁਣੇ ਨਹੀਂ ਸੀ। ਸੋ ਜਦੋਂ ਵੀ ਕਦੀ ਨਵੀਂ ਬਿਮਾਰੀ ਦਾ ਨਾਮ ਆਉਂਦਾ ਤੇ ਓਬਵੀਅਸਲੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ ਜਾਂਦਾ। ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਅੱਜ ਸਾਰੀ ਇਹਦੀ ਸੱਚਾਈ ਜਿਹੜੀ ਮੰਕੀ ਪੌਕਸ ਬਾਰੇ ਉਹ ਦੱਸਣਾ ਚਾਹਾਂਗਾ ਤਾਂ ਕਿ ਲੋਕਾਂ ਨੂੰ ਪੂਰੀ ਜਾਗਰੂਕਤਾ ਹੋ ਜਾਏ, ਪੂਰੀ ਸਮਝ ਆ ਜਾਏ ਕਿ ਇਹ ਮੰਕੀ ਪੌਕਸ ਹੈ ਕੀ ਹੈ। ਦੇਖੋ, ਜਿਹੜੀ ਮੰਕੀ ਪੌਕਸ ਹੈਗਾ ਵਾ ਇਹ ਬਿਮਾਰੀ ਇੱਕ ਵਾਇਰਸ ਦੇ ਨਾਲ ਹੁੰਦੀ ਹੈ। ਇਹ ਵਾਇਰਸ ਇੱਕ ਜਿਵੇਂ ਵਾਇਰਸਿਸ ਦੀ ਨਾ ਡਿਫਰੈਂਟ ਫੈਮਿਲੀਜ਼ ਹੁੰਦੀਆਂ, ਹਰ ਫੈਮਿਲੀ ਦੇ ਵਿੱਚ ਜਿਵੇਂ ਤੁਸੀਂ ਸਮਝੋ ਇੱਕ ਪਰਿਵਾਰ ਦੇ ਵਿੱਚ ਇੱਕ ਚਾਚਾ ਤਾਇਆ ਇੱਦਾਂ ਹੁੰਦੇ ਆ, ਇੱਦਾਂ ਵਾਇਰਸ ਦੀਆਂ ਵੀ ਫੈਮਲੀਆਂ ਹੁੰਦੀਆਂ। ਇਹ ਵਾਇਰਸ ਦੀ ਇੱਕ ਫੈਮਿਲੀ ਹੁੰਦੀ ਵੇਰੀਓਲਾ ਵਾਇਰਸ। ਉਸ ਫੈਮਿਲੀ ਦੇ ਵਿੱਚ ਜਿਵੇਂ ਪਹਿਲਾਂ ਇੱਕ ਮੈਂਬਰ ਸੀ ਸਮਾਲ ਪੌਕਸ, ਤੁਸੀਂ ਸੁਣਿਆ ਹੋਵੇਗਾ ਪਹਿਲਾਂ ਸਮਾਲ ਪੌਕਸ ਹੁੰਦਾ ਸੀ। ਉਸੇ ਫੈਮਿਲੀ ਦੇ ਵਿੱਚ ਇੱਕ ਨਵਾਂ ਉਹਨਾਂ ਦਾ ਮੈਂਬਰ ਹੈ ਜਿਹੜਾ ਕਿ ਮੰਕੀ ਪੌਕਸ ਕਰ ਰਿਹਾ। मतलब नवा वेरिएंट आ गया ਉਹਦੇ ਵਿੱਚ ਕਹਿੰਦੇ ਸੀ ਵੇਰੀਐਂਟ ਨਹੀਂ ਹੈ, ਇਟ ਇਜ਼ ਅ ਡਿਫਰੈਂਟ ਵਾਇਰਸ ਅਦਰ ਦੈਨ ਸਮਾਲ ਪੌਕਸ। ਸਮਾਲ ਪੌਕਸ ਹੋਰ ਵਾਇਰਸ ਨਾਲ ਹੁੰਦਾ ਸੀ, ਮੰਕੀ ਪੌਕਸ ਹੋਰ ਵਾਇਰਸ ਨਾਲ ਹੋ ਰਿਹਾ ਹੈ, ਦੋਨੋਂ ਇੱਕੋ ਫੈਮਿਲੀ ਦੇ। ਸੋ ਇਹ ਇੱਕ ਵਾਇਰਲ ਬਿਮਾਰੀ ਹੈ। ਜਿਹੜਾ ਇਹ ਮੰਕੀ ਪੌਕਸ ਹੈਗਾ ਵਾ ਇਹ ਵਰਲਡ ਦੇ ਵਿੱਚ ਕੁਝ ਕੰਟਰੀਜ਼ ਦੇ ਵਿੱਚ ਐਂਡੈਮਿਕ ਹੈ। ਐਂਡੈਮਿਕ ਦਾ ਮਤਲਬ ਹੁੰਦਾ ਕਿ ਉੱਥੇ ਕਈ ਸਾਲਾਂ ਤੋਂ ਇਹ ਮਰੀਜ਼ਾਂ ਨੂੰ ਹੋ ਰਿਹਾ। ਓਕੇ, ਮਤਲਬ ਜਿਵੇਂ ਇੱਥੇ ਲੋਕਾਂ ਨੂੰ ਵਾਇਰਲ ਜਾਂ ਫੀਵਰ ਕੁਝ ਵੀ ਹੁੰਦਾ। ਹਾਂ ਬਿਲਕੁਲ, ਹਰ ਜਿਹੜਾ ਵਰਲਡ ਦੇ ਵਿੱਚ ਕੁਝ ਕੰਟਰੀਜ਼ ਹੈ ਜਿਨ੍ਹਾਂ ਦੇ ਵਿੱਚ ਕੁਝ ਬਿਮਾਰੀਆਂ ਐਂਡੈਮਿਕ ਹੁੰਦੀਆਂ, ਉਹ ਉਹਨਾਂ ਦੀ ਲੋਕਲ ਹੈਬਿਟੇਟ ਕਰਕੇ ਸਮਝ ਲਓ ਜਾਂ ਲੋਕਲ ਉਹਨਾਂ ਦਾ এনवायरमेंट ਕਰਕੇ ਸਮਝ ਲਓ, ਉਹ ਉੱਥੋਂ ਦੀਆਂ ਬਿਮਾਰੀਆਂ ਹੀ ਹੁੰਦੀਆਂ ਜੀ। ਬਾਕੀ ਜਗ੍ਹਾ ਦੇ ਉੱਤੇ ਉਹ ਬਿਮਾਰੀਆਂ ਨਹੀਂ ਮਿਲਦੀਆਂ। ਸੋ ਇਹ ਜਿਹੜੀ ਮੰਕੀ ਪੌਕਸ ਹੈਗੀ ਹੈ ਇਹ ਐਂਡੈਮਿਕ ਹੈਗੀ ਹੈ ਵਰਲਡ ਦੇ ਵਿੱਚ। ਜਿਵੇਂ ਅਫਰੀਕਾ ਵਾ, ਨਾਈਜੀਰੀਆ ਵਾ, ਸੈਂਟਰਲ ਐਂਡ ਵੈਸਟ ਅਫਰੀਕਾ ਦੇ ਵਿੱਚ ਇਹ ਕਾਫੀ ਮਰੀਜ਼ ਤੁਹਾਨੂੰ ਇਸ ਬਿਮਾਰੀ ਦੇ ਕਾਫੀ ਸਾਲਾਂ ਤੋਂ ਮਿਲ ਰਹੇ ਆ ਜੀ। ਪਰ ਹੁਣ ਦਹਿਸ਼ਤ ਇਸ ਕਰਕੇ ਹੋਈ ਹੈ ਕਿ ਇਹ ਬਿਮਾਰੀ ਉੱਥੋਂ ਨਿਕਲ ਕੇ ਵਰਲਡ ਦੇ ਵਿੱਚ ਬਾਕੀ ਕੰਟਰੀਆਂ 'ਚ ਜਾਣੀ ਸ਼ੁਰੂ ਹੋ ਗਈ ਹੈ। ਇਸ ਕਰਕੇ ਇਹ ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਕਿ ਵਰਲਡ ਦੇ ਵਿੱਚ 6 ਮਈ ਨੂੰ 2022 ਨੂੰ ਪਹਿਲਾ ਮੰਕੀ ਪੌਕਸ ਕੇਸ ਜਿਹੜਾ ਉਹ ਲੰਡਨ ਦੇ ਵਿੱਚ ਪਾਇਆ ਗਿਆ ਜੀ, ਜਦਕਿ ਪਹਿਲਾਂ ਇਹ ਕੇਸ ਉੱਥੇ ਨਹੀਂ ਸੀ ਹੁੰਦੇ। ਸੋ ਇਸ ਕਰਕੇ ਜਦੋਂ ਇਹ ਬਿਮਾਰੀ ਆਪਣੀ ਐਂਡੈਮਿਕ ਏਰੀਏ 'ਚੋਂ ਨਿਕਲ ਕੇ ਵਰਲਡ ਦੇ ਬਾਕੀ ਕੰਟਰੀਆਂ 'ਚ ਸਪਰੈਡ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਸਾਰੇ ਵਰਲਡ ਦੇ ਵਿੱਚ ਚਿੰਤਾ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਪਹਿਲਾ ਕੇਸ 6 ਮਈ 2022 ਨੂੰ ਲੰਡਨ ਦੇ ਵਿੱਚ ਪਾਇਆ ਗਿਆ, ਉਸ ਤੋਂ ਬਾਅਦ ਹੌਲੀ ਹੌਲੀ ਇਹ USA 'ਚ, ਫਿਰ ਸਕੈਂਡੀਨੇਵੀਅਨ ਕੰਟਰੀ 'ਚ, ਯੂਰੋਪੀਅਨ ਕੰਟਰੀਜ਼ ਦੇ ਵਿੱਚ ਸਾਰੀ ਜਗ੍ਹਾ ਇਹਦੇ ਕੇਸ ਮਿਲਣੇ ਸ਼ੁਰੂ ਹੋ ਗਏ ਜੀ। ਇਹ ਜਦੋਂ ਸਾਰੇ ਕੇਸ ਮਿਲਣੇ ਸ਼ੁਰੂ ਹੋ ਗਏ ਤੇ ਫਿਰ ਨਵੇਂ ਕੇਸ ਜਦੋਂ ਵਧਣੇ ਸ਼ੁਰੂ ਹੋ ਗਏ ਤੇ WHO ਨੇ 23 ਜੁਲਾਈ 2022 ਨੂੰ ਇਹਨੂੰ ਇੱਕ ਡਿਕਲੇਅਰਡ ਐਜ਼ ਏ ਪਬਲਿਕ ਹੈਲਥ ਐਮਰਜੈਂਸੀ ਕਿ ਇਹ ਹੁਣ ਮਤਲਬ ਖਤਰਨਾਕ ਰੂਪ ਅਖਤਿਆਰ ਕਰ ਸਕਦੀ ਹੈ। ਖਤਰਨਾਕ ਇਸ ਕਰਕੇ ਹੋ ਰਹੀ ਹੈ ਕਿ ਕੇਸਿਸ ਵਧਣੇ ਸ਼ੁਰੂ ਹੋ ਗਏ ਹੈ ਤੇ ਵੀ ਸ਼ੁੱਡ ਨਾਟ ਟੇਕ ਇਟ ਲਾਈਟਲੀ ਕਿ ਇੱਕ ਦੋ ਕੇਸ ਨਹੀਂ। ਇਹ ਜਿਵੇਂ ਹੁਣ ਅਸੀਂ ਕਹੀਏ ਵੀ 2 ਅਗਸਤ ਤੱਕ ਤਕਰੀਬਨ ਵਰਲਡ ਦੇ ਵਿੱਚ 25,436 ਕੇਸ ਜਿਹੜੇ ਮੰਕੀ ਪੌਕਸ ਦੇ। ਡਾਕਟਰ ਇਹਦੇ ਨਾਲ ਕਿਸੇ ਦੀ ਡੈਥ ਹੋਈ ਹੈ ਅਜੇ ਤੱਕ ਮੰਕੀ ਪੌਕਸ ਦੇ ਨਾਲ ਰਿਪੋਰਟ ਹੋਇਆ ਕੋਈ? ਨਹੀਂ, ਦੇਖੋ ਉਹਦੇ ਤੇ ਮੈਂ ਆਉਣਾ ਵਾ ਕਿਉਂਕਿ ਇਹ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਇਹ ਬਿਮਾਰੀ ਜਿਹੜੀ ਹੈਗੀ ਹੈ ਇੰਡੀਆ ਦੇ ਵਿੱਚ ਹੱਲੇ ਸਿਰਫ ਆਪਾਂ ਸੋ ਫਾਰ ਹੱਲੇ ਸਾਨੂੰ 9 ਮਰੀਜ਼ ਮਿਲੇ ਜੀ, ਔਰ ਕਿਸੇ ਵੀ ਮਰੀਜ਼ ਦੀ ਕੋਈ ਡੈਥ ਨਹੀਂ ਹੋਈ ਜੀ।
ਪੈਨਿਕੀ ਹੋਣ ਦੀ ਲੋੜ ਨਹੀਂ। ਇਹ ਇੱਕ ਵਾਇਰਲ ਬਿਮਾਰੀ ਹੈ ਔਰ ਇਹ ਹੁਣ ਜਦੋਂ ਸਾਨੂੰ ਇਹਦੇ ਵਿੱਚ ਇੱਕ ਤੇ ਇਹ ਹੈ ਵੀ ਇਹ ਬਿਮਾਰੀ ਸਾਨੂੰ ਐਂਡੈਮਿਕ ਕੰਟਰੀਜ਼ ਤੋਂ ਬਾਕੀ ਵਰਲਡ ਦੇ ਵਿੱਚ ਫੈਲਣੀ ਸ਼ੁਰੂ ਹੋਈ ਹੈ, ਵਾਇਰਸ ਕਰਕੇ ਹੋ ਰਹੀ ਹੈ। ਤੇ ਤੀਸਰੀ ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਵਾਇਰਸ ਹੈਗਾ ਵੈ ਇਹ ਬਹੁਤ ਲਾਈਟ ਕਿਸਮ ਦਾ ਵਾਇਰਸ ਹੈ। ਜੇ ਆਪਾਂ ਇਹਨੂੰ ਕੰਪੇਅਰ ਕਰੀਏ ਕੋਵਿਡ ਮੈਂ ਉੱਥੇ ਹਾਂਜੀ ਕੋਵਿਡ ਦਾ ਜਿਹੜਾ ਵਾਇਰਸ ਸੀਗਾ ਉਹਦੇ ਵਿੱਚ ਜਿਹੜੀਆਂ ਕੁਝ ਸਟ੍ਰੇਨ ਸੀਗੀਆਂ ਜਿਵੇਂ ਡੈਲਟਾ ਵਾਇਰਸ ਸਟ੍ਰੇਨ ਸੀਗੀਆਂ ਉਹ ਬਹੁਤ ਜ਼ਿਆਦਾ ਵਿਰੂਲੈਂਟ ਸੀਗੀਆਂ, ਬਹੁਤ ਜ਼ਿਆਦਾ ਭਿਆਨਕ ਸੀ। ਡਾਕਟਰ ਸਾਹਿਬ ਮੈਂ ਇਹ ਲੱਗ ਰਿਹਾ ਵੀ ਜਿਵੇਂ ਜਦੋਂ ਕੋਵਿਡ ਆਇਆ, ਕੋਵਿਡ ਦਾ ਵੀ ਪਹਿਲਾ ਕੇਸ ਮੇਰਾ ਖਿਆਲ ਇੰਡੀਆ ਦੇ ਵਿੱਚ ਮਾਰਚ 2020 ਦੇ ਵਿੱਚ ਜਿਹੜਾ ਡਿਟੈਕਟ ਹੋਇਆ ਸੀਗਾ ਤੇ ਉਦੋਂ ਕਿੰਨਾ ਰੌਲਾ ਪਿਆ ਜੀ। ਹੁਣੇ 9 ਹੀ ਕੇਸ ਆਏ ਆ ਵੀ ਤੁਹਾਨੂੰ ਸਾਨੂੰ ਮਤਲਬ ਕਿਆ ਇਹ ਲੱਗ ਗਿਆ ਵੀ ਲੋਕ ਇਹਨੂੰ ਕੋਵਿਡ ਦੇ ਨਾਲ ਰਿਲੇਟ ਕਰਨ ਲੱਗ ਗਏ ਵੀ ਜਿਸ ਤਰ੍ਹਾਂ ਉਹ ਮਹਾਮਾਰੀ ਫੈਲੀ ਸੀ ਵੀ ਕਿਤੇ ਇਹ ਵੀ ਉਸ ਤਰ੍ਹਾਂ ਦਾ ਵਾਇਰਸ ਨਾ ਛੱਡ ਦਿੱਤਾ ਗਿਆ ਹੋਵੇ। ਦੇਖੋ ਇਸ ਤਰ੍ਹਾਂ ਹੈਗਾ ਵਾ ਕਿ ਪਹਿਲੀ ਗੱਲ ਤਾਂ ਮੈਂ ਇਹ ਦੱਸਾਂ ਕਿ ਇਹ ਦੋਨੋਂ ਵਾਇਰਸ ਅਲੱਗ-ਅਲੱਗ ਹੈਗੇ। ਉਹ ਆਰਐਨਏ ਵਾਇਰਸ ਸੀਗਾ, ਇਹ ਡੀਐਨਏ ਵਾਇਰਸ ਹੈ। ਇਸ ਵਾਇਰਸ ਦੀ ਜਿਹੜੀ ਮੋਰਟੈਲਿਟੀ ਹੈ ਉਹ ਬਹੁਤ ਜ਼ਿਆਦਾ ਘੱਟ ਹੈ। ਜੇ ਮੈਂ ਫਿਗਰਸ ਕੈਲਕੂਲੇਟ ਕਰਾਂ ਤੇ ਦੋ ਤਰ੍ਹਾਂ ਦੀਆਂ ਸਟ੍ਰੇਨਸ ਹੁੰਦੀਆਂ ਵੇ ਇਸ ਵਾਇਰਸ ਦੀ। ਇੱਕ ਸਟ੍ਰੇਨ ਦੇ ਵਿੱਚ 1% ਮੋਰਟੈਲਿਟੀ ਹੈ, ਮਤਲਬ 100 ਦੇ ਪਿੱਛੋਂ ਇੱਕ ਬੰਦੇ ਦੀ ਮੌਤ ਹੁੰਦੀ ਹੈ। ਇੱਕ ਵਾਇਰਸ ਦੀ ਸਟ੍ਰੇਨ ਹੈ ਜਿਸ 'ਚ 1 ਆਊਟ ਆਫ 10 ਹੋ ਜਾਂਦੀ ਹੈ। ਇਹ ਜਿਹੜਾ ਵਾਇਰਸ ਦੀ ਸਟ੍ਰੇਨ ਹੈ 1% ਵਾਲੀ ਹੈ ਵੀ ਮਤਲਬ 100 ਦੇ ਵਿੱਚੋਂ ਇੱਕ ਮਰੀਜ਼ ਦੀ ਇਹਦੇ ਨਾਲ ਚਾਂਸਿਸ ਹੈ, ਮਤਲਬ ਜਿਹੜੇ ਫਿਗਰਸ ਹੈ ਕਿ ਹੋ ਸਕਦੀ ਹੈ ਡੈਥ। ਬਟ ਸੋ ਫਾਰ ਜਿਹੜਾ ਇਹ ਵਾਇਰਸ ਹੈਗਾ ਵਾ ਇਹਦੇ ਨਾਲ ਕਿਸੇ ਦੀ ਵੀ ਮੌਤ ਹੋਣ ਦੇ ਬਹੁਤ ਘੱਟ ਚਾਂਸਿਸ ਹੈਗੇ ਆ। ਸੋ ਇਸ ਕਰਕੇ ਮੈਂ ਇਹ ਤੁਹਾਡੇ ਚੈਨਲ ਦੇ ਥਰੂ ਇਹ ਵੀ ਦੱਸਣਾ ਚਾਹੁੰਦਾ ਕਿ ਪੈਨਿਕੀ ਹੋਣ ਦੀ ਲੋੜ ਨਹੀਂ ਹੈ। ਵਾਇਰਸ ਹੈ, ਇਹਦੇ ਵਿੱਚ ਅਸੀਂ ਸਿਰਫ ਇਹ ਦੇਖਣਾ ਹੈਗਾ ਕਿ ਅਸੀਂ ਕਿੱਦਾਂ ਇਹ ਪ੍ਰੀਕਾਸ਼ਨਸ ਲੈਣੀਆਂ, ਕਿੱਦਾਂ ਆਪਣੇ ਆਪ ਨੂੰ ਅਸੀਂ ਪ੍ਰੀਵੈਂਟਿਵ ਮੈਜਰਸ ਲੈਣੇ ਆ ਤਾਂ ਕਿ ਅਸੀਂ ਇਸ ਦੇ ਵਿੱਚ ਆਰਾਮ ਦੇ ਨਾਲ ਇਹਨੂੰ ਵੀ ਜਿੱਤ ਲਈਏ। ਅੱਛਾ ਡਾਕਟਰ ਸਾਹਿਬ, ਕਿਆ ਇਹ ਵੀ ਲੋਕ ਇਹ ਜਾਣਨਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਕਰੋਨਾ ਦਾ ਵਾਇਰਸ ਆਇਆ ਸੀਗਾ ਵੀ ਇੱਕ ਤੋਂ ਦੂਸਰੇ ਨੂੰ ਬੜਾ ਇਮੀਡੀਏਟ ਹੋ ਜਾਂਦਾ ਸੀ ਵੀ ਘਰ 'ਚ ਇੱਕ ਨੂੰ ਆ ਗਿਆ ਤੇ ਪੂਰਾ ਪਰਿਵਾਰ ਹੋ ਗਿਆ, ਮਤਲਬ ਥੋੜ੍ਹੇ ਮਾਸਕ ਲਾਏ, ਕਿਸ ਤਰ੍ਹਾਂ ਕੀ ਬੰਦ ਕਰਤਾ ਗਿਆ, ਲਾਕਡਾਊਨ ਲੱਗ ਗਿਆ, ਬਹੁਤ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਕਿਆ ਇਹ ਵੀ ਵਾਇਰਸ ਜਿਹੜਾ ਹੈ ਵੀ ਇਹ ਉਸ ਤਰ੍ਹਾਂ ਹੀ ਸਪਰੈਡ ਹੁੰਦਾ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ? ਨਹੀਂ, ਬਿਲਕੁਲ ਇਹ ਵਾਇਰਸ ਦਾ ਡਿਫਰੈਂਟ ਤਰੀਕਾ ਹੈਗਾ। ਜਿਹੜਾ ਕਰੋਨਾ ਦਾ ਵਾਇਰਸ ਸੀਗਾ ਨਾ ਉਹ ਮੇਨਲੀ ਹੈਗਾ ਸੀ ਤੁਹਾਡਾ ਰੈਸਪੀਰੇਟਰੀ ਵਾਇਰਸ ਜੀ, ਕਿ ਅਸੀਂ ਖਾਂਸੀ ਕਰਨੀ, ਡ੍ਰੌਪਲੇਟਸ ਦੇ ਨਾਲ ਹੋਣਾ, ਫੋਮਾਈਟਸ ਦੇ ਨਾਲ ਹੋ ਜਾਣਾ, ਉਹਦੀ ਸਪਰੈਡ ਜਿਹੜੀ ਜਿਵੇਂ ਹੁਣ ਖਾਂਸੀ ਕਰਨਾ ਜਾਂ ਬੋਲਣਾ, ਸਾਹ ਲੈਣਾ ਜੀ, ਉਸ ਤਰੀਕੇ ਨਾਲ ਉਹ ਵਾਇਰਸ ਫੈਲਦਾ ਸੀ ਕੋਵਿਡ ਦਾ। ਜੀ, ਜਿਹੜਾ ਮੰਕੀ ਪੌਕਸ ਦਾ ਵਾਇਰਸ ਹੈਗਾ ਵਾ ਉਹਦਾ ਜਿਹੜਾ ਸਪਰੈਡ ਕਰਨ ਦਾ ਹੈਗਾ ਉਹ ਤਰੀਕਾ ਹੈਗਾ ਕਲੋਜ਼ ਕੰਟੈਕਟਸ ਦੇ ਨਾਲ। ਕਿਉਂਕਿ ਇਹਦੇ ਵਿੱਚ ਜਿਹੜਾ ਇਹ ਵਾਇਰਸ ਹੈ ਇਹ ਬੇਸਿਕਲੀ ਇਨਵੋਲਵ ਕਰਦਾ ਹੈ ਤੁਹਾਡੀ ਸਕਿਨ ਨੂੰ ਜੀ, ਤੇ ਬਹੁਤ ਮਤਲਬ ਘੱਟ ਚਾਂਸਿਸ 'ਚ ਇਹ ਤੁਹਾਡੇ ਲੰਗਸ ਨੂੰ ਇਨਵੋਲਵ ਕਰਦਾ ਹੈ। ਸੋ ਇਹਦੇ ਵਿੱਚ ਜਿਹੜੀ ਡ੍ਰੌਪਲੇਟ ਇੰਡਿਊਸਡ ਇਨਫੈਕਸ਼ਨ ਹੁੰਦੀ ਹੈ ਸਪਰੈਡ ਕਰਨ ਦੀ, ਉਹ ਤਰੀਕਾ ਬਹੁਤ ਜ਼ਿਆਦਾ ਘੱਟ ਹੈ। ਇਹ ਸਕਿਨ ਦੇ ਕਲੋਜ਼ ਕੰਟੈਕਟਸ ਦੇ ਨਾਲ ਇੱਕ ਮਰੀਜ਼ ਤੋਂ ਦੂਸਰੇ ਮਰੀਜ਼ ਨੂੰ ਟ੍ਰਾਂਸਫਰ ਹੁੰਦਾ ਹੈ। ਇਸ ਕਰਕੇ ਇਹ ਉਨਾ ਜ਼ਿਆਦਾ ਤੇਜ਼ੀ ਨਾਲ ਸਾਰੀ ਪਬਲਿਕ 'ਚ ਨਹੀਂ ਫੈਲਦਾ ਜਿੰਨਾ ਕਿ ਕੋਵਿਡ ਦਾ ਫੈਲਦਾ ਸੀ। ਮੈਂ ਡਾਕਟਰ ਸਾਹਿਬ ਉਹਨੇ ਤੁਹਾਡੇ ਚੈਂਬਰ ਦੇ ਤੁਹਾਡੇ ਕੋਲ ਹੀ ਖੜਾ ਸੀਗਾ ਤੇ ਉੱਥੇ ਇੱਕ ਪੇਸ਼ੈਂਟ ਮੈਂ ਦੇਖ ਰਿਹਾ ਸੀ, ਪੁੱਛ ਰਿਹਾ ਤੁਹਾਨੂੰ ਵੀ ਡਾਕਟਰ ਸਾਹਿਬ ਮੰਕੀ ਪੌਕਸ ਦੀ ਕੋਈ ਵੈਕਸੀਨ ਆ ਗਈ ਹੈ? ਨਹੀਂ, ਦੇਖੋ ਮੰਕੀ ਪੌਕਸ ਦੀ ਵੈਕਸੀਨ ਦੀ ਹੱਲੇ ਕਿਸੇ ਨੇ ਨਾ WHO ਨੇ ਕੋਈ ਗੱਲ ਕੀਤੀ ਹੈ, ਨਾ ਹੀ ਕਿਸੇ ਵੈਕਸੀਨ ਦੀ ਹੱਲੇ ਲੋੜ ਹੈ। ਸਿਰਫ ਨਹੀਂ ਮੈਂ ਕਹਿੰਦਾ ਵੀ ਲੋਕ ਕਿਸ ਤਰ੍ਹਾਂ ਪੁੱਛ ਰਹੇ ਜੀ, ਮੈਂ ਇਸ ਸਵਾਲ ਹੈ। ਦੇਖੋ ਲੋਕੀ ਜਿਹੜੇ ਹੈਗੇ ਉਹ ਜਦੋਂ ਮਰੀਜ਼ ਦੇ ਮਨ ਦੇ ਵਿੱਚ ਡਰ ਹੁੰਦਾ ਉਹਦੇ ਅੰਦਰ ਇਹ ਜਿਗਿਆਸਾ ਹੁੰਦੀ ਹੈ ਕਿ ਜਿਵੇਂ ਅਸੀਂ ਕੋਵਿਡ ਦੀ ਵੈਕਸੀਨ ਲਵਾ ਕੇ ਜੀ ਕੋਵਿਡ ਤੋਂ ਬਚ ਗਏ, ਹੋ ਸਕਦਾ ਕਿ ਇਹਦੀ ਵੀ ਕੋਈ ਇੱਦਾਂ ਦੀ ਵੈਕਸੀਨ ਹੋਵੇ ਤੇ ਉਹਨਾਂ ਦੀ ਜਿਗਿਆਸਾ ਜਾਇਜ਼ ਹੈ। ਪਰ ਇਸ ਦੇ ਲਈ ਹੱਲੇ ਕੋਈ ਨਾ ਤਾਂ ਵੈਕਸੀਨ ਰਿਕਮੈਂਡਡ ਹੈ, ਨਾ ਕੋਈ ਵੈਕਸੀਨ ਮਾਰਕੀਟ ਦੇ ਵਿੱਚ ਆਇਆ ਹੈਗਾ। ਸਿਰਫ ਔਰ ਸਿਰਫ ਪ੍ਰੀਵੈਂਟਿਵ ਮੈਜਰ ਜਿਹੜੇ ਹੈਗੇ ਆ ਉਹ ਇਸ ਬਿਮਾਰੀ ਦੇ ਮਰੀਜ਼ ਨੂੰ ਸਮਝ ਕੇ ਉਹੀ ਕਰਨੀ। ਦੱਸੋ ਇਹਦੇ ਲੱਛਣ ਕੀ ਹੈ ਵੀ ਕਿਸ ਤਰ੍ਹਾਂ ਪਤਾ ਲੱਗਦਾ ਹੈ ਵੀ ਮੰਕੀ ਪੌਕਸ ਹੈ? ਵੈਸੇ ਤਾਂ ਇਹ ਵੀ ਕਿਹਾ ਜਾਂਦਾ ਸੀਗਾ ਵੀ ਲਾਈਕ ਚਿਕਨ ਪੌਕਸ ਦੇ ਵਾਂਗੂ ਦਾਣੇ ਹੋ ਜਾਂਦੇ ਆ, ਵੀ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰਨ ਪੇਸ਼ੈਂਟ ਨੂੰ, ਕਿਸ ਤਰ੍ਹਾਂ ਲੱਗੇ ਪਤਾ ਵੀ ਮੰਕੀ ਪੌਕਸ ਹੋ ਗਿਆ? ਦੇਖੋ ਇਸ ਤਰ੍ਹਾਂ ਹੈਗਾ ਵਾ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਮਰੀਜ਼ ਨੂੰ ਇਹ ਵਾਇਰਲ ਬਿਮਾਰੀ ਹੁੰਦੀ ਹੈ, ਉਹਦੇ ਵਿੱਚ ਪਹਿਲਾਂ ਤਾਂ 1-2 ਦਿਨ ਉਹਨੂੰ ਵਾਇਰਲ ਫੀਵਰ ਹੁੰਦਾ ਵਾ, ਬਹੁਤ ਜ਼ਿਆਦਾ ਬਾਡੀ ਏਕਸ ਹੁੰਦੀਆਂ ਵਾ, ਸਰੀਰ ਟੁੱਟਦਾ ਭੱਜਦਾ ਵਾ, ਲਾਸ ਆਫ ਐਪੀਟਾਈਟ ਹੋ ਜਾਂਦਾ ਹੈ, ਉਹ ਸਾਰੇ ਵਾਇਰਲ ਦੇ ਸਿੰਪਟਮਸ ਹੁੰਦੇ ਆ। ਉਸ ਤੋਂ ਬਾਅਦ ਉਹਦੀ ਸਕਿਨ ਦੇ ਉੱਤੇ ਰੈਸ਼ਿਸ ਸ਼ੁਰੂ ਹੁੰਦੇ ਆ। ਰੈਸ਼ਿਸ ਜਿਹੜੇ ਹੈਗੇ ਆ ਉਹ ਕਨਵਰਟ ਹੋ ਜਾਂਦੇ ਇੱਕ ਵੈਸੀਕਲਸ ਹੁੰਦਾ ਜਿਸ ਤਰ੍ਹਾਂ ਨੂੰ ਕਹਿ ਦਈਏ ਕਿ ਇੱਕ ਪਾਣੀ ਦੇ ਵਰਗੇ ਬੁਲਬੁਲਾ ਜਿਵੇਂ ਤੁਸੀਂ
ਦੇਖਿਆ ਹੋਵੇਗਾ ਚਿਕਨ ਪੌਕਸ ਵਗੈਰਾ 'ਚ ਹੋ ਜਾਂਦਾ ਹੈ। ਇਹਦੇ ਜਿਹੜੇ ਵੈਸੀਕਲਸ ਹੈ ਉਹ ਡਿਫਰੈਂਟ ਹੈਗੇ ਫਰੋਮ ਚਿਕਨ ਪੌਕਸ ਤੇ ਵੈਸੀਕਲਸ ਦੇ ਨਾਲੋਂ, ਜਿਹੜਾ ਕਿ ਮਰੀਜ਼ ਦੇ ਲੈਵਲ ਤੇ ਸ਼ਾਇਦ ਮਰੀਜ਼ ਕੋਲ ਡਿਫਰੈਂਸ਼ੀਏਟ ਨਾ ਹੋਵੇ, ਪਰ ਅਗਰ ਤੁਹਾਨੂੰ ਇੱਦਾਂ ਦੇ ਕੋਈ ਸਕਿਨ ਤੇ ਵੈਸੀਕਲਸ ਹੁੰਦੇ ਆ ਤਾਂ ਤੁਸੀਂ ਫਿਜ਼ੀਸ਼ੀਅਨ ਕੋਲ ਜਾਓ, ਡਾਕਟਰ ਡਿਫਰੈਂਸ਼ੀਏਟ ਕਰ ਸਕਦਾ ਹੈ ਕਿ ਇਹ ਚਿਕਨ ਪੌਕਸ ਦੇ ਹੈਗੇ ਹੈ ਕਿ ਇਹ ਮੰਕੀ ਪੌਕਸ ਦੇ ਹੈਗੇ, ਕਿਉਂਕਿ ਉਹ ਬੜਾ ਟੈਕਨੀਕਲੀ ਜਿਹੜਾ ਡਾਇਗਨੋਸਿਸ ਦੇ ਵਿੱਚ ਆ ਜਾਂਦਾ ਹੈਗਾ। ਇਹ ਮਤਲਬ ਜਿਹੜੇ ਇਹਦੇ ਵੈਸੀਕਲਸ ਹੁੰਦੇ ਆ ਉਹ ਜ਼ਿਆਦਾ ਸਿਰ ਦੇ ਉੱਤੇ, ਫੇਸ ਦੇ ਉੱਤੇ, ਉਸ ਤੋਂ ਬਾਅਦ ਬਾਹਾਂ ਦੇ ਉੱਤੇ ਤੇ ਫਿਰ ਲੱਤਾਂ ਦੇ ਹੁੰਦੇ ਆ, ਜਦ ਕਿ ਜਿਹੜੇ ਚਿਕਨ ਪੌਕਸ ਦੇ ਹੁੰਦੇ ਆ ਉਹ ਸਾਡੇ ਪੇਟ ਤੋਂ ਸ਼ੁਰੂ ਹੁੰਦੇ ਆ। ਉਹ ਇਹ ਸੈਂਟਰੀਫਿਊਗਲ ਹੁੰਦੇ, ਉਹ ਸੈਂਟਰੀਪੀਟਲ ਹੁੰਦੇ ਆ। ਇਹਨਾਂ ਦਾ ਡਿਸਟ੍ਰੀਬਿਊਸ਼ਨ ਜਿਹੜੀ ਆ ਉਹ ਅਲੱਗ ਹੁੰਦੀ ਹੈ। ਡਾਕਟਰ ਸਾਹਿਬ ਇਹਨੂੰ ਮੰਕੀ ਪੌਕਸ ਕਿਉਂ ਗਿਆ ਗਿਆ, ਤੇ ਦੂਸਰਾ ਕਿ ਜਾਨਵਰਾਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਟ੍ਰਾਂਸਫਰ ਹੋਣ ਲੱਗੀਆਂ ਹੁਣ, ਇਹ ਵੀ ਇੱਕ ਮਿਥ ਸੀਗੀ ਪਹਿਲੇ ਵੀ ਏਡਜ਼ ਵੀ ਜਿਹੜੀ ਹੈ ਉਹ ਹੀ ਟ੍ਰਾਂਸਫਰ ਹੋਈ ਹੈ, ਐਨੀਮਲਸ ਤੋਂ ਹੀ ਟ੍ਰਾਂਸਫਰ ਹੋਈ ਹੈ। ਸੱਚ ਕਿੰਨਾ ਹੈ ਤੇ ਤੁਹਾਨੂੰ ਜ਼ਿਆਦਾ ਪਤਾ ਹੋਣਾ ਹੈ, ਰੀਜ਼ਨ ਕੀ ਹੈ? ਦੇਖੋ ਇਸ ਤਰ੍ਹਾਂ ਹੈਗਾ ਵਾ ਕਿ ਸੰਨ 1950 ਦੇ ਵਿੱਚ ਜਦੋਂ ਇੱਕ ਲੈਬ ਦੇ ਵਿੱਚ ਐਕਸਪੈਰੀਮੈਂਟਸ ਹੋ ਰਹੇ ਸੀ ਤੇ ਉੱਥੋਂ ਇਕੱਠੇ ਕੁਝ ਮੌਂਕੀਜ਼ ਨੂੰ ਨਾ ਇਹ ਬਿਮਾਰੀ ਹੋ ਗਈ, ਉਹਨਾਂ ਦੀ ਸਕਿਨ ਦੇ ਉੱਤੇ ਇੱਦਾਂ ਵੈਸੀਕਲਸ ਹੋ ਗਏ। ਮਤਲਬ ਉਹਨਾਂ ਦੇ ਉੱਪਰ ਟਰਾਇਲ ਹੋ ਰਿਹਾ ਸੀਗਾ ਕੋਈ? ਮਤਲਬ ਟਰਾਇਲ ਨਹੀਂ ਹੋ ਰਿਹਾ ਸੀ। ਦੇਖੋ ਮੌਂਕੀਜ਼ ਜਿਹੜੇ ਹੁੰਦੇ ਆ ਉਹ ਅਸੀਂ ਐਕਸਪੈਰੀਮੈਂਟਸ ਵਾਸਤੇ, ਕਈ ਤਰ੍ਹਾਂ ਦੀ ਰਿਸਰਚ ਵਾਸਤੇ ਇੱਕ ਲੈਬਸ ਦੇ ਵਿੱਚ ਅਸੀਂ ਜਾਨਵਰਸ ਰੱਖੇ ਹੁੰਦੇ ਆ। ਓਕੇ। ਉਹ ਲੈਬਸ ਦੇ ਵਿੱਚ ਇੱਕਦਮ ਮੌਂਕੀਜ਼ ਨੂੰ ਇਹ ਬਿਮਾਰੀ ਹੋ ਗਈ। ਜਦੋਂ ਉਹਨਾਂ ਨੇ ਅੱਗੋਂ ਇਹਦੇ ਸੈਂਪਲਸ ਲੈ ਕੇ ਟੈਸਟ ਕੀਤੇ ਤੇ ਉਹਦੇ ਵਿੱਚ ਉਹਨਾਂ ਨੂੰ ਉਹ ਵਾਇਰਸ ਜਿਹੜਾ ਉਹ ਮਿਲਿਆ ਜੀ। ਹੁਣ ਉਹਦੇ ਤੋਂ ਕਿਉਂਕਿ ਉਹਨਾਂ ਨੇ ਅਜ਼ਿਊਮ ਕੀਤਾ ਕਿ ਇਹ ਮੌਂਕੀਜ਼ ਦੇ ਵਿੱਚ ਵਾਇਰਸ ਨਿਕਲਿਆ ਹੋਇਆ ਤੇ ਉਹਨਾਂ ਨੇ ਇਹਦਾ ਨਾਮ ਮੌਂਕੀ ਵਾਇਰਸ ਲਿਖ ਦਿੱਤਾ, ਪਰ ਇਹ ਬਾਕੀ ਜਾਨਵਰਾਂ ਤੋਂ ਵੀ ਆ ਸਕਦਾ ਤੁਹਾਨੂੰ। ਓਕੇ। ਜਿਹੜੇ ਵਾਈਲਡ ਲਾਈਫ ਦੇ ਐਨੀਮਲਸ ਹੁੰਦੇ ਆ, ਜਿੱਦਾਂ ਕੋਈ ਜਿਵੇਂ ਉਹਨੂੰ ਸਕੁਰਲਸ ਜਿਹਨੂੰ ਕਹਿੰਦੇ ਅਸੀਂ, ਜਿਹੜੇ ਸ਼ੁਕੰਦਰ ਸ਼ੇ ਟਾਈਪ ਦੇ ਜਾਨਵਰ ਹੁੰਦੇ ਆ, ਜਿਹੜੇ ਰਿੰਗਣ ਵਾਲੇ ਹੁੰਦੇ ਆ, ਉਹਨਾਂ ਤੋਂ ਵੀ ਤੁਹਾਨੂੰ ਇਹ ਵਾਇਰਸ ਮਿਲਦਾ ਹੈ। ਬੇਸਿਕਲੀ ਇਹ ਜ਼ੂਨੋਟਿਕ ਡਿਜ਼ੀਜ਼ ਹੈ। ਜ਼ੂਨੋਟਿਕ ਡਿਜ਼ੀਜ਼ ਮਤਲਬ ਕਿ ਇਹਦਾ ਵਾਇਰਸ ਐਨੀਮਲਸ ਪਾਇਆ ਜਾਂਦਾ ਹੈ, ਬਾਈ ਐਕਸੀਡੈਂਟ ਉਹ ਵਾਇਰਸ ਐਨੀਮਲਸ ਤੋਂ ਤੁਹਾਨੂੰ ਹਿਊਮਨਸ ਵਾਲਾ ਆਇਆ। ਸੋ ਬਹੁਤ ਸਾਰੇ ਇਹ ਕਿਉਂ ਟ੍ਰਾਂਸਫਰ ਹੋ ਰਹੇ ਵੀ ਅਸੀਂ ਵਾਈਲਡ ਹਿਊਮਨ ਦੇ ਕਲੋਜ਼ ਕੰਟੈਕਟ 'ਚ ਆ ਗਏ? ਨਹੀਂ, ਉਹਦੇ ਵਿੱਚ ਇਹ ਹੈਗਾ ਕਿ ਜਦੋਂ ਇਨਸਾਨ ਜਾਨਵਰਾਂ ਦੀ ਪ੍ਰੋਕਸੀਮਿਟੀ 'ਚ ਆਉਂਦਾ, ਉਹਨਾਂ ਦੇ ਕੋਲ ਜਾਂਦਾ ਹੈ, ਜਿਵੇਂ ਹੁਣ ਪਹਿਲਾਂ ਸੀ ਜੰਗਲ ਹੁੰਦੇ ਸੀ ਦੂਰ ਤੱਕ, ਕੱਟਦੇ ਉਹਦੇ ਸਾਰੇ ਰੈਜ਼ੀਡੈਂਸ਼ੀਅਲ ਏਰੀਆਜ਼ ਹੁੰਦੇ ਸੀ, ਹੁਣ ਰੈਜ਼ੀਡੈਂਸ਼ੀਅਲਸ ਐਕਸਪੈਂਡ ਕਰ ਰਹੇ, ਹੌਲੀ ਜੰਗਲ ਘਟ ਰਹੇ। ਨਹੀਂ ਸਰ, ਕੁਝ ਮੈਂ ਤੁਹਾਨੂੰ ਦੱਸਦਾ ਵੀ ਵੈਸੇ ਕੁਝ ਜੰਗਲ ਕੱਟਦੇ ਤੇ ਕੁਝ 15 ਲੱਖ ਏਕੜ ਜ਼ਮੀਨ ਤੇ ਕਬਜ਼ਾ ਵੀ ਕਰ ਲਿਆ ਹਿੰਦੁਸਤਾਨ ਦੇ ਜੰਗਲਾਂ ਦੇ ਉੱਪਰ। ਸੋ ਉਹਦੇ ਕਰਕੇ ਇਹ ਜਿਹੜੇ ਨਾ ਐਨੀਮਲਸ ਹੁਣ ਨਾ ਹਿਊਮਨਸ ਦੇ ਕੋਲ ਤਕਰੀਬਨ ਉਹ ਰਹਿਣਾ ਸ਼ੁਰੂ ਹੋ ਗਏ, ਜਿਨ੍ਹਾਂ ਤੋਂ ਇਹਨਾਂ ਨੂੰ ਇਹ ਵਾਇਰਸ ਮਤਲਬ ਇਸੇ ਕਰਕੇ, ਕਿਉਂਕਿ ਜੰਗਲਾਂ ਜਿਹੜੇ ਕੱਟਦੇ ਆ, ਦੇਖੋ ਕਿੰਨੀ ਡਾਕਟਰ ਸਾਹਿਬ ਨੇ ਗੱਲ ਦੱਸੀ ਵੀ ਕਿੰਨੀ ਗੰਭੀਰ ਸਮੱਸਿਆ ਪੈਦਾ ਹੋ ਰਹੀ ਹੈ। ਜੰਗਲ ਕੱਟੇ ਜਾ ਰਹੇ ਨੇ, ਜੰਗਲਾਂ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ ਤੇ ਉਹ ਫਿਰ ਬਿਮਾਰੀਆਂ ਇਨਸਾਨਾਂ ਦੇ ਵਿੱਚ ਵੱਧ ਰਹੀਆਂ। ਡਾਕਟਰ ਸਾਹਿਬ ਇੱਕ ਵੈਸੇ ਸਵਾਲ ਮੈਂ ਹੋਰ ਪੁੱਛਣਾ ਚਾਹਾਂਗਾ ਤੁਹਾਨੂੰ, ਹਾਲਾਂਕਿ ਤੁਹਾਡੀ ਸਪੈਸ਼ਲਿਟੀ ਨਾਲ ਰਿਲੇਟਡ ਨਹੀਂ ਹੈ, ਅੰਮ੍ਰਿਤਸਰ ਨਾਲ ਰਿਲੇਟਡ ਹੈ, ਇਸ ਕਰਕੇ ਤੁਹਾਨੂੰ ਪੁੱਛ ਰਿਹਾ। ਅੰਮ੍ਰਿਤਸਰ ਵੇਰਕੇ ਦੇ ਕੋਲ ਇੱਕ ਪਿੰਡ ਹੈ ਜੀ ਫਤਿਹਗੜ੍ਹ ਸ਼ੁਕਰਚੱਕ, ਉੱਥੇ ਖਬਰ ਆਈ ਰਹੀ ਹੈ ਕਿ 4 ਲੋਕਾਂ ਦੀ ਮੌਤ ਹੋ ਗਈ ਹੈ ਗੰਦਾ ਪਾਣੀ ਪੀਣ ਕਰਕੇ। ਬਹੁਤ ਦਿਨਾਂ ਤੋਂ ਲੋਕ ਸ਼ਿਕਾਇਤ ਕਰ ਰਹੇ ਸੀਗੇ ਵੀ ਸਾਨੂੰ ਜਿਹੜਾ ਉੱਥੇ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ। 4 ਲੋਕ ਮਰ ਜਾਂਦੇ ਨੇ, ਉਸ ਤੋਂ ਬਾਅਦ ਜਾਗਦਾ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਗਦੀ ਹੈ ਤੇ ਹੈਲਥ ਡਿਪਾਰਟਮੈਂਟ ਜਾਗਦਾ ਹੈ। ਉੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਜਾਂਦੇ ਨੇ, ਸਿਹਤ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਜਾਂਦੇ ਨੇ ਵੀ ਕਈ ਲੋਕ ਕਿੰਨਾ ਚਿਰ ਇਹ ਗੰਦਾ ਪਾਣੀ ਪੀਣ ਕਰਕੇ ਜਾਂ ਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਜਾਂ ਮਰਦੇ ਰਹਿਣਗੇ। ਲੋਕਾਂ ਕੋਲ ਤਾਂ ਖਾਣ ਨੂੰ ਡਾਕਟਰ ਸਾਹਿਬ ਰੋਟੀ ਨਹੀਂ ਹੈ, ਪੈਂਡੈਮਿਕ 'ਚ ਬਹੁਤ ਬੁਰਾ ਹਾਲ ਹੋਇਆ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਤੇ ਕੰਟਰੋਲ ਕੀਤਾ ਜਾ ਸਕਦਾ ਹੈ, ਉਹਨਾਂ ਤੇ ਵੀ ਹਜੇ ਤੱਕ ਸਾਡੇ ਮੁਲਕ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਤੇ 75ਵਾਂ ਆਜ਼ਾਦੀ ਦਾ ਮਹੋਤਸਵ ਅਸੀਂ ਮਨਾ ਰਹੇ ਹਾਂ ਤੇ ਹਜੇ ਵੀ ਅਸੀਂ ਬੇਸਿਕ ਚੀਜ਼ਾਂ ਤੋਂ ਜਿਹੜੇ ਹੈ ਸਾਨੂੰ ਨਿਜਾਤ ਨਹੀਂ ਮਿਲ ਪਾਈ। ਦੇਖੋ ਭੰਡਾਰੀ ਸਾਹਿਬ, ਇਹ ਆਲ ਟੂਗੇਦਰ ਡਿਫਰੈਂਟ ਹੋ ਗਿਆ ਮੰਕੀ ਪੌਕਸ ਨਾਲ ਜੀ, ਪਰ ਇਹਦੇ ਵਿੱਚ ਮੈਂ ਇੰਨਾ ਹੀ ਕਹਾਂਗਾ ਕਿ ਦੇਖੋ ਬਹੁਤ ਜ਼ਿਆਦਾ ਪਬਲਿਕ ਨੂੰ ਆਪਣੇ এনवायरमेंट ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਅਸੀਂ ਮਤਲਬ ਛੋਟੀਆਂ ਚੀਜ਼ਾਂ, ਜਿਵੇਂ ਅਸੀਂ ਬਹੁਤ ਜ਼ਿਆਦਾ ਰੁੱਖ ਲਗਾਈਏ, ਅਸੀਂ ਮਤਲਬ ਕਿੱਦਾਂ ਅਸੀਂ ਪਾਣੀ ਦੀ ਪੋਲਿਊਸ਼ਨਸ, ਕਿੱਦਾਂ ਅਸੀਂ ਪੈਸਟੀਸਾਈਡ ਸਪਰੇ, ਕਿਸ ਤਰ੍ਹਾਂ ਅਸੀਂ ਉਹ ਚੀਜ਼ਾਂ ਜਿਹੜੀਆਂ ਜ਼ਹਿਰੀਲੀ ਹੁੰਦੀਆਂ, ਉਹ ਜਾਣਾ ਤੇ ਸਾਰਾ ਦੇਖੋ ਅਲਟੀਮੇਟਲੀ ਇਕੋਸਿਸਟਮ ਹੈ। ਜੋ ਤੁਸੀਂ ਵਾਤਾਵਰਨ ਨੂੰ ਦੇਣਾ, ਵਾਤਾਵਰਨ ਨੇ ਉਹ ਰਿਟਰਨ 'ਚ ਤੁਹਾਨੂੰ ਤੁਹਾਡੇ ਸਰੀਰ ਦੇ ਵਿੱਚ ਭੇਜਣਾ ਜੀ। ਹੁਣ ਜੇ ਤੁਸੀਂ ਪੈਸਟੀਸਾਈਡ ਸਪਰੇ ਕਰੋਗੇ, ਮਿੱਟੀ 'ਚ ਜਾਣਗੇ, ਮਿੱਟੀ ਤੋਂ ਪਾਣੀ 'ਚ ਮਿਲਣਗੇ, ਪਾਣੀ 'ਚ ਤੁਹਾਡੇ ਸਰੀਰ 'ਚ ਆਉਣਗੇ, ਤੁਹਾਡੇ ਸਰੀਰ 'ਚ ਬਿਮਾਰੀਆਂ ਕਰਨਗੇ। ਸੋ
ਇਹ ਨਹੀਂ ਹੈਗਾ ਕਿ ਮੈਂ ਮਤਲਬ ਜੇ ਕਿਸੇ ਤਰ੍ਹਾਂ ਦੀ ਕੋਈ ਅਸੀਂ ਇੱਦਾਂ ਦੀ ਸਮਝ ਲਓ ਕਿ ਵਾਤਾਵਰਨ ਨਾਲ ਛੇੜਖਾਨੀ ਕਰ ਰਹੇ ਹਾਂ ਤੇ ਅਸੀਂ ਬਚ ਜਾਵਾਂਗੇ। ਸੋ ਸਭ ਤੋਂ ਪਹਿਲਾਂ ਮੇਰਾ ਇਹ ਹੈਗਾ ਕਿ ਜਿੱਦਾਂ ਹੁਣ ਪਾਣੀ ਦੀ ਗੱਲ ਹੈ, ਪਾਣੀ ਦੇ ਵਿੱਚ ਇਹ ਹੈ ਕਿ ਬਹੁਤ ਪੁਰਾਣੇ ਤਰੀਕੇ ਨਾਲ ਸਿਸਟਮ ਸੀਵਰੇਜ ਇਹ ਉਹ ਹੋਇਆ ਦਾ, ਕਿਉਂਕਿ ਨਾਰਮਲੀ ਕੀ ਹੁੰਦਾ ਕਿ ਸੀਵਰੇਜ ਦੀ ਪਾਈਪਸ ਦੂਸਰੇ ਪੀਣ ਵਾਲੇ ਪਾਣੀ ਅਸੀਂ ਅਕਸਰ ਖਬਰਾਂ ਆਉਂਦੀਆਂ ਵੀ ਦੋ ਡਿਪਾਰਟਮੈਂਟ ਆਪਣੇ ਹੈਲਥ ਡਿਪਾਰਟਮੈਂਟ ਕਹਿੰਦਾ ਹੈ ਕਸੂਰ ਉਹਨਾਂ ਦਾ ਕਾਰਪੋਰੇਸ਼ਨ ਦਾ ਜਾਂ ਵਾਟਰ ਸੈਨੀਟਾਈਜੇਸ਼ਨ ਦਾ, ਉਹ ਕਹਿੰਦੇ ਜੀ ਨਹੀਂ ਹੈਲਥ ਡਿਪਾਰਟਮੈਂਟ ਦਾ ਕਸੂਰ ਹੈ। ਇਸੇ ਚੱਕਰ 'ਚ ਉਲਝੇ ਰਹਿੰਦੇ ਪਰ ਮਰਦੇ ਲੋਕ ਹੈ, ਬਿਮਾਰ ਲੋਕ ਹੁੰਦੇ ਆ। ਬਿਲਕੁਲ, ਦੇਖੋ ਹਿਊਮਨ ਬੀਇੰਗਸ ਜਿੰਨੇ ਪਾਣੀ ਜਿੰਨੇ ਕੰਜ਼ੰਪਸ਼ਨ ਕਰਨੀ ਹੈ ਅਸਰ ਤਾਂ ਉਨਾ ਹੀ ਹੋਣਾ ਹੈ। ਸੋ ਇਹ ਜ਼ਿਆਦਾਤਰ ਹੁੰਦਾ ਕਿ ਸਾਰੇ ਮਿਲ ਕੇ ਪਬਲਿਕ ਐਜ਼ ਵੈਲ ਐਜ਼ ਐਡਮਿਨਿਸਟ੍ਰੇਸ਼ਨ ਐਜ਼ ਵੈਲ ਐਜ਼ ਜਿੰਨੀ ਵੀ ਆਪਾਂ ਐਜੂਕੇਸ਼ਨ ਔਰ ਅਵੇਅਰਨੈਸ ਲੋਕਾਂ ਨੂੰ ਦੇ ਸਕਦੇ ਹਾਂ ਅਬਾਊਟ ਐਨਵਾਇਰਨਮੈਂਟ, ਕਿ ਕਿੱਦਾਂ ਆਪਾਂ ਹੁਣ ਵਾਤਾਵਰਨ ਸਪਰੇਅ ਨਹੀਂ ਕਰਨਾ, ਅਸੀਂ ਪਰਾਲੀ ਨੂੰ ਅੱਗ ਨਹੀਂ ਲਗਾਉਣੀ, ਅਸੀਂ ਦਰਖਤ ਲਗਾਉਣੇ ਆ, ਅਸੀਂ ਕਿੱਦਾਂ ਸੀਵਰੇਜ ਸਿਸਟਮ ਡਿਸਪੋਜ਼ ਆਫ ਕਰਨਾ, ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਨਾਲ ਦੇ ਨਾਲ ਕਰਨੀਆਂ ਚਾਹੀਦੀਆਂ। ਤੁਸੀਂ ਡਾਕਟਰ ਸਾਹਿਬ ਹੋਰ ਕੁਝ ਦੱਸਣਾ ਚਾਹੋ ਇਹਨੂੰ ਲੈ ਕੇ, ਮੰਕੀ ਪੌਕਸ ਨੂੰ ਜਾਂ ਕਰੋਨਾ ਨੂੰ ਜਾਂ ਕੁਝ ਹੋਰ ਜਿਵੇਂ ਸੀਜ਼ਨਲ ਬਿਮਾਰੀਆਂ ਨੂੰ ਲੈ ਕੇ? ਦੇਖੋ ਮੰਕੀ ਪੌਕਸ ਦੇ ਬਾਰੇ ਮੈਂ ਤਾਂ ਇਹ ਕਹਿਣਾ ਚਾਹਾਂਗਾ, ਪਹਿਲੀ ਗੱਲ ਤਾਂ ਪਬਲਿਕ ਨੂੰ ਬਿਲਕੁਲ ਇਹ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਹਲਕੀ ਕਿਸਮ ਦੀ ਬਿਮਾਰੀ ਹੈ, ਇਹਦੇ ਤੋਂ ਸਾਨੂੰ ਜਾਨ ਨੂੰ ਕੋਈ ਖਤਰਾ ਨਹੀਂ ਹੈ। ਤੀਸਰੀ ਗੱਲ ਇਹ ਹੈਗੀ ਹੈ ਕਿ ਆਪਾਂ ਨੂੰ ਸਿਰਫ ਇਹਦੇ ਵਿੱਚ ਜਿਹੜੇ ਪ੍ਰੀਵੈਂਟਿਵ ਮੈਜਰ ਸੀ ਨਾ, ਜਿਹੜੇ ਅਸੀਂ ਕੋਵਿਡ ਵੇਲੇ ਸਰਕਾਰ ਨੇ ਔਰ ਸਾਰੇ ਨੇ ਸਾਨੂੰ ਦੱਸੇ ਸੀਗੇ ਕਿ ਮਾਸਕ ਲਗਾਉਣਾ ਹੈ, ਕਿੱਦਾਂ ਤੁਸੀਂ ਕਰਾਊਡਡ ਪਲੇਸਿਸ 'ਚ ਨਹੀਂ ਜਾਣਾ, ਅਸੀਂ ਇਹਨੂੰ ਆਪਣੀ ਇੱਕ ਦਿਨਚਰਿਆ ਦਾ ਹੁਣ ਰੂਟੀਨ ਹਿੱਸਾ ਬਣਾਈਏ ਜੀ, ਤਾਂ ਕਿ ਕੋਈ ਪਤਾ ਨਹੀਂ ਹੈਗਾ। ਹੁਣ ਤੁਸੀਂ ਦੇਖੋ ਅਗਰ ਇੱਕ ਪੇਸ਼ੈਂਟ ਮੰਕੀ ਪੌਕਸ ਦਾ ਕਿਸੇ ਜਗ੍ਹਾ ਤੇ ਉੱਤੇ ਕਰਾਊਡ ਜਿੱਥੇ ਬਹੁਤ ਜ਼ਿਆਦਾ ਭੀੜ ਹੈ ਅਗਰ ਉੱਥੇ ਹੋਇਆ ਤੇ ਤੁਹਾਨੂੰ ਵੀ ਇਨਫੈਕਸ਼ਨ ਹੋਣ ਦਾ ਕਾਰਨ ਹੋ ਸਕਦਾ ਕਿ ਹਲੇ ਉਹਦੇ ਵੈਸੀਕਲਸ ਸਕਿਨ ਤੇ ਨਹੀਂ ਆਏ ਪਰ ਉਹਨੂੰ ਅੰਦਰ ਉਹਦੇ ਵਾਇਰਸ ਹੈਗਾ ਜੀ, ਵਾਇਰਲ ਇਨਫੈਕਸ਼ਨ ਹੈਗੀ ਆ ਔਰ ਉਹਦੇ ਤੋਂ ਤੁਹਾਨੂੰ ਵੀ ਹੋ ਸਕਦੀ। ਸੋ ਮੇਰਾ ਮਤਲਬ ਪਬਲਿਕ ਨੂੰ ਮੈਸੇਜ ਇਹ ਦੇਂਦਾ ਹੈਗਾ ਕਿ ਤੁਸੀਂ ਜਿਹੜੇ ਰੂਟੀਨ ਦੇ ਵਿੱਚ ਪ੍ਰੀਵੈਂਟਿਵ ਮੈਜਰਸ ਹੈਗੇ ਆ ਜਿਹੜੇ ਅਸੀਂ ਕੋਵਿਡ ਵੇਲੇ ਤੋਂ ਅਪਣਾਏ ਹੋਏ ਆ ਇਹਨੂੰ ਨਾ ਛੱਡੋ। ਇਹਦੇ ਵਿੱਚ ਸਿੰਪਲ ਜਿਹੀਆਂ ਚੀਜ਼ਾਂ, ਮਾਸਕ ਲਗਾਉਣਾ ਹੈ ਜਾਂ ਆਪਾਂ ਕਰਾਊਡਡ ਪਲੇਸਿਸ ਤੇ ਨਹੀਂ ਜਾਣਾ, ਕਿੱਦਾਂ ਆਪਾਂ ਕਫ ਡ੍ਰੌਪਲੇਟਸ ਇਨਫੈਕਸ਼ਨ ਨੂੰ ਘਟਾਉਣਾ ਵਾ, ਇਹ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਨਾਲ ਪੈਰਲਲ ਰੱਖੀਏ। ਤੀਸਰੀ ਗੱਲ ਇਹ ਹੈਗੀ ਹੈ ਕਿ ਕੋਈ ਕਿਸੇ ਕਿਸਮ ਦੀ ਇਹਦੇ 'ਚ ਦਵਾਈ ਦੀ ਲੋੜ ਨਹੀਂ ਇਸ ਬਿਮਾਰੀ ਦੇ ਵਿੱਚ, ਇਹ ਸੈਲਫ ਲਿਮਿਟਿੰਗ ਹੈ, ਆਪਣੇ ਆਪ ਠੀਕ ਹੋ ਜਾਣੀ ਹੈ। ਜ਼ਿਆਦਾ ਐਂਟੀਬਾਇਓਟਿਕਸ ਦੇ ਨਾਲ ਐਵੇਂ ਪੈਨਿਕੀ ਹੋ ਕੇ ਬਹੁਤ ਜ਼ਿਆਦਾ ਦਵਾਈਆਂ ਵੱਲ ਨਾ ਭੱਜੋ, ਸਿਰਫ ਔਰ ਸਿਰਫ ਆਪਣੀਆਂ ਪ੍ਰੀਕਾਸ਼ਨਸ ਇੱਥੇ ਜਾ ਧਿਆਨ ਦਿਓ। ਹਾਂ, ਧੰਨਵਾਦ। ਸਾਡੇ ਨਾਲ ਗੱਲ ਕਰਨੀ ਇਸ ਤਰ੍ਹਾਂ ਡਾਕਟਰ ਪ੍ਰਦੀਪ ਹੋਰੀ ਚੈਸਟ ਸਪੈਸ਼ਲਿਸਟ ਨੇ, ਬੜਾ ਇਹਨਾਂ ਨੇ ਵਿਸਤਾਰ ਨਾਲ ਦੱਸਿਆ ਕਿ ਆਖਿਰਕਾਰ ਮੰਕੀ ਪੌਕਸ ਹੈ ਕਿਆ। ਲੋਕ ਬੇਵਜ੍ਹਾ ਡਰ ਰਹੇ ਨੇ ਤੇ ਕਿਉਂਕਿ ਡਰ ਲੋਕਾਂ ਦਾ ਜਾਇਜ਼ ਵੀ ਹੈ, ਕਿਉਂਕਿ ਕਰੋਨਾ ਦੇ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋਈ ਸੀਗੀ, ਹਸਪਤਾਲਾਂ 'ਚ ਆਕਸੀਜਨ ਮੁੱਕ ਗਈ ਸੀ, ਬੈੱਡ ਨਹੀਂ ਸੀ ਮਿਲ ਰਹੇ, ਪਰ ਇਹ ਬਿਮਾਰੀ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਹੈ। ਮੰਕੀ ਪੌਕਸ ਇਹ ਬਿਲਕੁਲ ਠੀਕ ਹੋਇਆ ਜਾ ਸਕਦਾ ਹੈ। ਛੋਟੀ ਛੋਟੀ ਜਿਹੜੀਆਂ ਚੀਜ਼ਾਂ ਜਿਹੜੀਆਂ ਡਾਕਟਰ ਸਾਹਿਬ ਨੇ ਦੱਸੀਆਂ ਉਹਨਾਂ 'ਤੇ ਧਿਆਨ ਦੇਣ ਦੀ ਲੋੜ ਹੈ, ਪਰ ਇਹ ਵੀ ਕਿਸੇ ਦੇ ਬਹਿਕਾਵੇ 'ਚ ਕਿਸੇ ਚੱਕਰ 'ਚ ਨਾ ਫਸ ਜਿਓ ਕਿ ਇਹਦੀ ਕੋਈ ਵੈਕਸੀਨ ਆ ਗਈ ਹੈ। ਇਹਦੀ ਹਜੇ ਤੱਕ ਕੋਈ ਦਵਾਈ ਨਹੀਂ ਆਈ ਹੈ ਕਿਉਂਕਿ ਇਹ ਬਿਮਾਰੀ ਹੀ ਨਵੀਂ ਹੈ। ਨਾਲ ਦੀ ਨਾਲ ਜਿਵੇਂ ਅੱਜ ਵੀ ਲੋਕ ਜਿਹੜੇ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ, 4 ਲੋਕ ਮਰ ਜਾਂਦੇ ਨੇ, ਉਸ ਤੋਂ ਬਾਅਦ ਸਾਡਾ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਜਾਗਦਾ ਹੈ, ਇੱਕ ਦੂਜੇ ਦੇ ਉੱਪਰ ਆਰੋਪ ਪ੍ਰਤਿਆਰੋਪ ਲੱਗਦੇ ਨੇ। ਆਖਿਰਕਾਰ ਮਰ ਤਾਂ ਲੋਕ ਰਹੇ ਨੇ। ਜੇ ਕੋਈ ਗੰਦਾ ਪਾਣੀ ਪੀਣ ਨੂੰ ਕਿਸੇ ਇਲਾਕੇ 'ਚ ਆ ਰਿਹਾ ਉਹਦੇ ਲਈ ਆਖਿਰਕਾਰ ਜ਼ਿੰਮੇਦਾਰ ਕੌਣ ਹੈ, ਇਹ ਸਭ ਤੋਂ ਵੱਡਾ ਸਵਾਲ ਹੈ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।